ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਗੁੱਗਾ ਗਪੌੜਾ ਭਾਗ ਪਹਿਲਾ। ਗੁੱਗਾ ਗਪੌੜਾ ਤੇ ਸੁਲਤਾਨ ਪੁਆੜਾ। ਪੰਜਾਬ ਦੇ ਲੋਕ ਵਹਿਮਾਂ ਭਰਮਾਂ ਦੀ ਮਾਰ ਹੇਠਾਂ ਅਨੇਕਾਂ ਰੂਹਾਨੀ ਤਸੀਹੇ ਸਹਿੰਦੇ ਆਏ ਹਨ। ਮਾਨਸਿਕ ਭਟਕਣਾ ਵਿੱਚ ਪੈ ਕੇ ਕਿੰਨੀਆਂ ਕਿਸਮਾਂ ਦੇ ਪੀਰ ਪੈਗੰਬਰ ਮੰਨਦੇ ਰਹੇ ਅਤੇ ਭੁੱਖੇ ਬਾਲਾਂ ਦੇ ਮੂੰਹ ਰੋਟੀ ਕੱਢ ਕੇ ਦੰਬੀਆਂ ਦੇ ਪੇਟ ਭਰਦੇ ਰਹੇ। ਇਸ ਦਾ ਪ੍ਰਮਾਣ ਇੱਥੋਂ ਦੇ ਲੋਕਾਂ ਵੱਲੋਂ ਮੰਨੇ ਜਾਂਦੇ ਅਣਗਿਣਤ ਪੀਰਾਂ ਅਤੇ ਵੱਡੇ ਵਡੇਰਿਆਂ ਦੇ ਕਈ ਥਾਂ ਮਾੜੀਆਂ ਤਕੀਏ ਪੀਰਖਾਨੇ ਇਸ ਵੇਲੇ ਪਹਿਲਾਂ ਨਾਲੋਂ ਵੀ ਰੌਣਕੀਲੇ ਰੂਪ ਵਿੱਚ ਮਿਲਦੇ ਹਨ। ਮਹੱਲਸ ਜਿਵੇਂ ਕਾਲਾ ਮਹੱਲ, ਸਮਾਧਾਂ ਤੇ ਦਰਗਾਹਾਂ ਵੀ ਹਨ। ਜਿਨ੍ਹਾਂ ਪੀਰਾਂ ਦਰਵੇਸ਼ਾਂ ਦੇ ਨਾਵਾਂ ਨਾਲ ਕਿਸੇ ਤਰ੍ਹਾਂ ਦੀ ਸਿੱਧੀ ਦੀ ਪ੍ਰਸਿੱਧੀ ਜੁੜ ਗਈ, ਉਹਨਾਂ ਦੇ ਨਾਮ ਤੇ ਥਾਂ ਪੂਜਣਯੋਗ ਮੰਨੇ ਜਾਂਦੇ ਰਹੇ। ਇਸ ਕਿਸਮ ਦੇ ਸਿੱਧ ਬਾਬਿਆਂ ਦਰਵੇਸ਼ਾਂ ਦੀਆਂ ਦਰਗਾਹਾਂ, ਸੰਤਾਂ ਸਾਧਾਂ ਦੀਆਂ ਸਮਾਧਾਂ, ਵੱਡੇ ਵਡੇਰਿਆਂ ਦੇ ਥਾਨ ਤੇ ਮੰਦਰ ਹਰ 10-15 ਕੋਹਾਂ ਦੀ ਵਿੱਥ ਉੱਤੇ ਕਿਸੇ ਨਾ ਕਿਸੇ ਢੰਗ ਦੇ ਕੱਚੇ ਪੱਕੇ ਰੂਪ ਵਿੱਚ ਖੜੇ ਕੀਤੇ ਮਿਲਦੇ ਹਨ। ਇਹਨਾਂ ਸਾਰੇ ਪੀਰਾਂ ਤੇ ਵਲੀਆਂ ਬਾਰੇ ਖੋਜ ਕੇ ਸਮੱਗਰੀ ਇਕੱਤਰ ਕੀਤੀ ਜਾਵੇ ਤਾਂ ਪੁਰਾਤਨ ਕਾਲ ਤੋਂ ਹੁਣ ਤੱਕ ਵਿਕਸ ਰਹੀਆਂ ਮਨੌਤਾਂ ਦੇ ਵਿਕਾਸ ਦੀ ਗਾਥਾ ਦਾ ਉੱਤਮ ਕਿਸਮ ਦਾ ਮਨੋਰੰਜਕ ਗ੍ਰੰਥ ਸੰਚਿਤ ਹੋ ਸਕਦਾ ਹੈ। ਨਾਲ ਹੀ ਆਰੰਭ ਕਾਲ ਦੇ ਅੰਧ ਵਿਸ਼ਵਾਸਾਂ ਦੀ ਗਾਥਾ ਦੇ ਭਿੰਨ ਭਿੰਨ ਰੂਪ ਦੀ ਪੜਤਾਲ ਲਈ ਸਮੱਗਰੀ ਵੀ ਜੁਟਾਈ ਜਾ ਸਕਦੀ ਹੈ। ਅੰਧ ਵਿਸ਼ਵਾਸਾਂ ਅਤੇ ਪੀਰਾਂ ਫਕੀਰਾਂ ਪ੍ਰਤੀ ਸ਼ਰਧਾ ਕਿੰਨੀ ਅੰਨੀ ਹੁੰਦੀ ਹੈ, ਇਸ ਦੇ ਰਹੱਸ ਅੱਜ ਤੱਕ ਦੇ ਲੋਕ ਜੀਵਨ ਵਿੱਚ ਝਲਕਦੇ ਹਨ। ਕੁਝ ਵਰੇ ਹੋਏ ਇੱਕ ਸੱਜਣ ਜੀ ਨੇ ਗਾਲੜ ਪੀਰ ਦੀ ਵਾਰਤਾ ਲਿਖੀ ਸੀ, ਜਿਸ ਦੀ ਪੀਰੀ ਦੇ ਮੂਲ ਤੇ ਵਿਕਾਸ ਦਾ ਬਿਰਤਾਂਤ ਬੜਾ ਹੀ ਮਨੋਰੰਜਕ ਹੈ। ਇੱਕ ਗਾਲੜ, ਭਾਵ ਜਿਹਨੂੰ ਕਾਂਟੋ ਵੀ ਆਖਦੇ ਹਨ, ਦੇ ਮਰ ਜਾਣੇ ਉੱਤੇ ਉਸ ਦੀ ਲਾਸ਼ ਕੱਢਣ ਲਈ ਕਿਸੇ ਵੱਲੋਂ 2 ਇੱਟਾਂ ਰੱਖਣ ਤੋਂ ਫਿਰ ਇਹ ਗਾਲੜ ਪੀਰ ਦੀ ਕਬਰ ਹੈ ਮਸ਼ਹੂਰ ਕਰਨ ਤੇ ਮੇਲੇ ਲੱਗਣੇ ਸ਼ੁਰੂ ਹੋ ਗਏ। ਇਹ ਸਾਡੇ ਲੋਕ ਸੁਭਾਅ ਦਾ ਇੱਕ ਭਖਦਾ ਪ੍ਰਮਾਣ ਹੈ, ਜਿਸ ਨਾਲ ਅਨੇਕਾਂ ਲੋਕ ਦੇਵਤੇ, ਪੀਰਾਂ, ਵਲੀਆਂ ਅਤੇ ਦਰਵੇਸ਼ਾਂ ਦੀ ਮਾਨਤਾ ਦੀ ਲੀਹ ਪਈ ਅਤੇ ਲੋਕ ਸ਼ਰਧਾ ਦੇ ਮੰਦਰ ਉਸਰੇ। ਇਸ ਭਾਂਤ ਦੀ ਪੁਸ਼ਟੀ ਇੱਕ ਲੋਕ ਕਹਾਣੀ ਪੀਰ ਜੁੱਤੇ ਸ਼ਾਹ ਤੋਂ ਹੁੰਦੀ ਹੈ। ਕਿਵੇਂ ਇੱਕ ਸਿਆਣੇ ਵਜ਼ੀਰ ਨੇ ਆਪੂ ਹਿੱਕ ਥਾਂ ਜੁੱਤਾ ਦਬਾ ਉੱਤੇ ਕਬਰ ਬਣਾ ਕੇ ਸੁਖਣਾ ਪੂਰੀਆਂ ਕਰਨ ਵਾਲਾ ਦਰਵੇਸ਼ ਪ੍ਰਸਿੱਧ ਕਰਕੇ ਬਾਦਸ਼ਾਹ ਤੋਂ ਸੁਖ ਮਨਵਾਈ ਸੀ। ਮੰਨਤ ਪੂਰੀ ਹੋ ਜਾਣ ਤੇ ਜਦੋਂ ਬਾਦਸ਼ਾਹ ਚੜਾਵਾ ਲੈ ਕੇ ਪੇਸ਼ ਹੋਇਆ ਤਾਂ ਉਸ ਵਜ਼ੀਰ ਨੇ ਜੁੱਤੀ ਨੂੰ ਕਬਰ ਵਿੱਚੋਂ ਪੁੱਟ ਕੇ ਬਾਦਸ਼ਾਹ ਦੇ ਸਾਹਮਣੇ ਪ੍ਰਗਟ ਕਰਕੇ ਦਿਖਾ ਦਿੱਤਾ ਕਿ ਅਸਲ ਵਿੱਚ ਇਹ ਬਾਦਸ਼ਾਹ ਦਾ ਹੀ ਇੱਕ ਪੁਰਾਣਾ ਜੁੱਤਾ ਹੈ, ਜਿਸ ਨੂੰ ਰੁਮਾਲਾਂ ਵਿੱਚ ਲਪਾਟ ਕੇ ਧਰਤੀ ਵਿੱਚ ਦੱਬ ਕੇ ਕਬਰ ਦੀ ਉਸਾਰੀ ਕੀਤੀ ਗਈ ਸੀ। ਪੀਰ ਜੁੱਤੇ ਸ਼ਾਹ ਦੀ ਮੰਨਤ ਪੂਰੀ ਹੋ ਜਾਣ ਦੀ ਜ਼ਾਹਰ ਕਰਾਮਾਤ ਇੱਕ ਪਾਸੇ, ਦੂਜੇ ਪਾਸੇ ਪੀਰ ਦੇ ਪ੍ਰਤੱਖ ਦਰਸ਼ਨ। ਇਸ ਤਰ੍ਹਾਂ ਵਹਿਮਾਂ ਤੇ ਮਨੌਤਾਂ ਉੱਤੇ 1 ਲੱਖ ਤੋੜਵੀਂ ਚੋਟ ਲਗਾਈ ਜਾਂਦੀ ਹੈ। ਪਰ ਵਹਿਮੀ ਲੋਕਾਂ ਦੀ ਲਚਕ ਅਤੇ ਸ਼ਰਧਾ ਅਜਿਹੀਆਂ ਗੱਲਾਂ ਨਾਲ ਟੁੱਟ ਜਾਣ ਵਾਲੀ ਨਹੀਂ ਹੁੰਦੀ। ਇਹ ਲੋਕ ਬਹੁਤ ਕੁਝ ਦੇਖ ਕੇ ਮਨ ਦੀ ਤਸੱਲੀ ਸਥਿਰ ਰੱਖਣ ਲਈ ਫਿਰ ਵੀ ਦ੍ਰਿੜ ਰਹਿੰਦੇ ਹਨ। ਜਿਨ੍ਹਾਂ ਪੀਰਾਂ ਦੇ ਨਾਵਾਂ ਨੇ ਪੰਜਾਬੀ ਲੋਕਾਂ ਨੂੰ ਵਧੇਰੇ ਬੁੱਧੂ ਬਣਾ ਕੇ ਠੱਗਿਆ ਹੈ, ਉਹਨਾਂ ਅਜਿਹੇ ਪੀਰਾਂ ਵਿੱਚੋਂ ਇੱਕ ਲੋਕ ਪੈਗੰਬਰ ਗੁੱਗਾ ਪੀਰ ਕਰਕੇ ਪ੍ਰਸਿੱਧ ਹੈ। ਦੂਜਾ ਸਖੀ ਸਰਵਰ, ਜਿਸ ਨੂੰ ਪੀਰਾਂ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ। ਭਾਈ ਦਿੱਤ ਸਿੰਘ ਜੀ ਨੇ ਇਹਨਾਂ ਦੋਵਾਂ ਲੋਕ ਸਿਰਜੇ ਰੱਬਾਂ ਦੀ ਅਸਲੀਅਤ ਉਘਾੜੀ ਹੈ। ਗੁੱਗਾ ਚੌਹਾਨ ਰਾਜਪੂਤ ਸੀ। ਉਸ ਦੀ ਬਾਗੜ ਵਿੱਚ ਮਾੜੀ ਹੈ। ਮਾੜੀ ਤੋਂ ਭਾਵ ਹੈ ਮਿੱਟੀ ਜਾਂ ਮਟੀਲੀ, ਜੋ ਮਿੱਟੀ ਕੱਢ ਕੇ ਉੱਚੀ ਉਸਾਰੀ ਜਾਂਦੀ ਹੈ।
ਇਸ ਤਰ੍ਹਾਂ ਮਿੱਟੀ ਚੁੱਕ ਕੇ ਪਾਉਣ ਨੂੰ ਮਿੱਟੀ ਕੱਢਣਾ ਵੀ ਕਹਿੰਦੇ ਹਨ। ਜਿੱਥੇ ਉੱਚੀਆਂ ਮਟੀਲੀਆਂ ਦੀ ਥਾਂ ਕਈ ਥਾਵਾਂ ਉੱਤੇ ਪੱਕੀਆਂ ਸਮਾਧਾਂ ਬਣ ਗਈਆਂ ਹਨ, ਉੱਥੇ ਲੋਕ ਉਂਝ ਵੀ ਹੀ ਧਰਤੀ ਪੁੱਟ ਕੇ ਮਿੱਟੀ ਪੋਲੀ ਕਰ ਜਾਣ ਨੂੰ ਮਿੱਟੀ ਕੱਢ ਲੈਣ ਦਾ ਅਦਬੀ ਨਾਂ ਦੇ ਕੇ ਸ਼ਰਧਾ ਪੂਰੀ ਕਰ ਲੈਂਦੇ ਹਨ। ਗੁੱਗੇ ਦੇ ਗੀਤ ਤੇ ਵਾਰਾਂ ਪੰਜਾਬ ਵਿੱਚ ਚੂੜੇ ਤੇ ਸਾਂਸੀ ਹਾਲਾਂ ਤੱਕ ਭਾਦਰੋਂ ਦੇ ਮਹੀਨੇ ਗੁੱਗਾ ਨੌਮੀ ਦੇ ਨੇੜੇ ਡੌਰੂ ਵਜਾ ਕੇ ਗਾਉਂਦੇ ਮਿਲਦੇ ਹਨ। ਗੁੱਗੇ ਦਾ ਨਾਂ ਗੋਰਖਨਾਥ ਦੇ ਕੰਨ ਵਿੱਚੋਂ ਕੱਢ ਕੇ ਦਿੱਤੇ ਮੈਲ ਦੇ ਗੋਲੇ ਨਾਲ ਸੰਬੰਧਿਤ ਹੈ, ਜੋ ਗੁੱਗੇ ਦੀ ਮਾਂ ਨੂੰ ਗੋਰਖਨਾਥ ਤੋਂ ਪ੍ਰਾਪਤ ਹੋਇਆ ਸੀ। ਗੁੱਗੇ ਦੀ ਉਪਜ ਬਾਰੇ ਕਹਾਣੀ ਬੜੀ ਮਨੋਰੰਜਕ ਹੈ। ਗੁੱਗੇ ਦੀ ਮਾਂ ਵਾਛਲ ਨੇ 12 ਸਾਲ ਜੋਗੀਆਂ ਦੀ ਸੇਵਾ ਕੀਤੀ। ਗੁਰੂ ਗੋਰਖ ਆਇਆ ਤਾਂ ਉਸ ਨੇ ਘਾਹ ਥਾਂ ਪਾਈ, 2 ਪੁੱਤਰ ਹੋਣ ਦਾ ਵਰ ਦਿੱਤਾ, ਜਿਸ ਲਈ ਉਹਨਾਂ ਸਵੇਰੇ ਆ ਕੇ ਵਸਤੂ ਪ੍ਰਾਪਤੀ ਲਈ ਕਿਹਾ ਸੀ। ਪਰ ਇਹ ਗੱਲ ਵਾਛਲ ਨੇ ਆਪਣੀ ਭੈਣ ਕਾਛਲ ਨੂੰ ਜਾ ਦੱਸੀ। ਉਸਨੇ ਵਾਛਲ ਤੋਂ ਪਹਿਲਾਂ ਹੀ ਸਵੇਰੇ ਜਾ ਕੇ ਗੋਰਖਨਾਥ ਤੋਂ ਬਖਸ਼ਿਸ਼ ਵਾਲੇ ਕਾਤੇ ਪ੍ਰਾਪਤ ਕਰ ਲਏ। ਵਾਛਲ ਗੋਰਖਨਾਥ ਕੋਲ ਪਿੱਛੋਂ ਪੁੱਜੀ ਤਾਂ ਗੋਰਖ ਬਹੁਤ ਗੁੱਸੇ ਹੋਇਆ, ਪਰ ਸਾਰੀ ਵਾਰਤਾ ਸੁਣ ਕੇ ਪਸੀਜ ਗਿਆ। ਵਾਛਲ ਨੂੰ ਕੰਨਾਂ ਦੀ ਮੈਲ ਕੱਢ ਕੇ ਉਸ ਦਾ ਗੋਲਾ ਵੱਟ ਕੇ ਪੁੱਤਰ ਬਖਸ਼ ਦਿੱਤਾ। ਗੁੱਗੇ ਦੀ ਮਾਂ ਨੇ ਗੋਲਾ ਖਾਧਾ ਜਾਂ ਘੋਲ ਕੇ ਪੀਤਾ ਜਾਂ ਕਿਸੇ ਤਰ੍ਹਾਂ ਹੋਰ, ਕਹਿੰਦੇ ਇਸ ਤਰ੍ਹਾਂ ਪੁੱਤਰ ਰਤਨ ਦੀ ਪ੍ਰਾਪਤੀ ਹੋਈ। ਵਾਛਲ ਥੋੜੇ ਚਿਰ ਪਿੱਛੋਂ ਇੱਕ ਪੁੱਤਰ ਦੀ ਮਾਂ ਬਣ ਗਈ, ਜਿਸ ਦਾ ਨਾਂ ਗੁੱਗਾ ਪ੍ਰਸਿੱਧ ਹੋਇਆ। ਵੱਡੇ ਹੋਏ ਗੁੱਗੇ ਦੀ ਸੀਰੀਅਲ ਨਾਮ ਕੁੜੀ ਨਾਲ ਮੰਗਣੀ ਹੋਈ। ਉਸ ਸੁੰਦਰੀ ਨੂੰ ਵਿਆਹਣ ਲਈ ਗੁੱਗਾ ਜੰਝ ਲੈ ਕੇ ਚੜਿਆ ਤਾਂ ਗੁੱਗੇ ਦੇ ਮਸੇਰ ਭਰਾਵਾਂ ਨੇ ਗੁੱਗੇ ਦਾ ਸਾਰਾ ਮਾਲ ਅਸਬਾਬ ਲੁੱਟ ਲਿਆ। ਗੁੱਗੇ ਨੇ ਵਾਪਸ ਆ ਕੇ ਦੋਵੇਂ ਭਰਾਵਾਂ ਨਾਲ ਯੁੱਧ ਲੜਿਆ ਤੇ ਉਹਨਾਂ ਨੂੰ ਮਾਰ ਮੁਕਾਇਆ। ਗੁੱਗੇ ਦੀ ਮਾਸੀ ਆਪਣੇ ਪੁੱਤਰਾਂ ਨੂੰ ਮਰੇ ਵੇਖ ਕੇ ਰੋਂਦੀ ਕਰਲਾਉਂਦੀ ਅਤੇ ਭੈਣ ਪਾਸ ਫਰਿਆਦੀ ਹੋਈ। ਇਹ ਸੁਣ ਕੇ ਗੁੱਗੇ ਦੀ ਮਾਂ ਦੁਖੀ ਵੀ ਹੋਈ ਤੇ ਆਪਣੇ ਪੁੱਤ ਤੇ ਕ੍ਰੋਧਿਤ ਵੀ। ਗੁੱਗਾ ਆਪਣੀ ਮਾਂ ਦਾ ਗੁੱਸਾ ਨਾ ਝੱਲ ਸਕਿਆ, ਘਰੋਂ ਨਿਕਲ ਗਿਆ। ਚੋਰੀ ਛੱਪੀ ਘਰ ਵਾਲੀ ਨੂੰ ਮਿਲਣ ਆਉਂਦਾ ਦੇਖ ਕੇ, ਜਿਸ ਮਾਂ ਨੇ ਉਸ ਨੂੰ ਆਪਣੀ ਭੈਣ ਦੇ ਪੁੱਤਾਂ ਨੂੰ ਮਾਰ ਕੇ ਮਕਾਉਣ ਲਈ ਵੰਗਾਰਿਆ ਸੀ, ਉਸ ਨੇ ਹੀ ਗੁੱਗੇ ਨੂੰ ਘਰੋਂ ਕੱਢੇ ਜਾਣ ਦੇ ਮਨਸੂਬੇ ਪੂਰੇ ਕੀਤੇ। ਕਹਿੰਦੇ ਨੇ ਕਿ ਅੰਤ ਨੂੰ ਗੁੱਗਾ ਸਣੇ ਘੋੜੇ ਦੇ ਧਰਤੀ ਵਿੱਚ ਗਰਕ ਹੋ ਗਿਆ, ਜਿਸ ਤੋਂ ਉਸ ਨੂੰ ਧਰਤੀ ਦੀਆਂ ਖੁੱਡਾਂ ਵਿੱਚ ਰਹਿਣ ਵਾਲੇ ਸੱਪਾਂ ਦਾ ਸਰਦਾਰ ਮੰਨ ਲਿਆ ਗਿਆ। ਲੋਕ ਵਹਿਮ ਅਨੁਸਾਰ ਗੁੱਗੇ ਦੀ ਚੌਂਕੀ ਭਰਿਆ ਸੁਖਣਾ ਮੰਨਣ ਅਤੇ ਆਰਾਧਨਾ ਕਰਨ ਤੋਂ ਸੱਪਾਂ ਤੋਂ ਰੱਖਿਆ ਦਾ ਪੱਕਾ ਪ੍ਰਬੰਧ ਪਹਿਲਾਂ ਹੀ ਕਰ ਲੈਣ ਲਈ ਗੁੱਗਾ ਪੂਜਾ ਕਰਦੇ ਹਨ। ਪੰਜਾਬ, ਵਿਸ਼ੇਸ਼ ਕਰ ਬਾਂਗੜ ਦੇਸ਼ ਦੇ ਨਾਲ ਲੱਗਦੇ ਬਾਂਗਰ ਦੇ ਜੰਗਲ ਦੇਸ਼ ਦੇ ਇਲਾਕਿਆਂ ਤੋਂ ਲੈ ਕੇ ਪਟਿਆਲਾ ਜ਼ਿਲ੍ਹਾ ਦੇ ਪਿੰਡਾਂ ਵਿੱਚ ਲੋਕਾਂ ਨੇ ਗੁੱਗੇ ਦੀਆਂ ਮਾੜੀਆਂ ਬਣਾਈਆਂ ਹੋਈਆਂ ਹਨ, ਜਿੱਥੇ ਗੁੱਗਾ ਪੂਜਿਆ ਜਾਂਦਾ ਹੈ। ਭਾਈ ਸਾਹਿਬ ਦਿੱਤ ਸਿੰਘ ਹੋਰਾਂ ਇਸ ਵਹਿਮ ਪੂਜਾ ਦੇ ਅਡੰਬਰ ਨੂੰ ਗੁੱਗਾ ਗਪੌੜਾ ਨਾਮੀ ਪੁਸਤਕ ਵਿੱਚ ਚੰਗੀ ਤਰ੍ਹਾਂ ਨੰਗਿਆਂ ਕਰਕੇ ਗਿਆਨ ਦੇ ਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਹੈ। ਸਿਰਲੇਖ ਸੁਲਤਾਨੀਆ ਪੀਰ। ਮੁਲਤਾਨ ਲਾਗੇ ਦਰਿਆ ਤੋਂ ਪਾਰ ਇੱਕ ਧੌਂਕਲ ਪਿੰਡ ਹੈ, ਜਿੱਥੇ ਇਸ ਪੀਰ ਜੀ ਦਾ ਜਨਮ ਹੋਇਆ। ਵੱਡਾ ਹੋਇਆ ਤਾਂ ਇਲਾਕੇ ਦੇ ਮੁੰਡਿਆਂ ਦੇ ਰਿਵਾਜ ਅਨੁਸਾਰ ਡੰਗਰ ਚਰਨ ਲੱਗ ਪਿਆ। ਉਸ ਵੇਲੇ ਪਸ਼ੂ ਹੀ ਧਨ ਹੁੰਦੇ ਸਨ, ਜਿਨ੍ਹਾਂ ਦੀ ਰਾਖੀ ਤੇ ਸੁਰਤ ਸੰਭਾਲ ਕਰਨੀ ਵੱਡਾ ਉਦਯੋਗੀ ਧੰਦਾ ਹੁੰਦਾ ਸੀ। ਜੰਗਲ ਦਾ ਇਲਾਕਾ ਸੀ। ਪਸ਼ੂ ਚਰਦੇ ਦੇਖ ਕੇ ਇੱਕ ਸ਼ੇਰ ਆ ਗਿਆ। ਡੰਗਰ ਚਾਰਨ ਵਾਲੇ ਲਈ ਇਹ ਕਿਆਮਤ ਸੀ। ਉਸਨੇ ਹੌਸਲਾ ਕੀਤਾ ਤੇ ਸ਼ੇਰ ਉੱਤੇ ਹਮਲਾਵਰ ਹੋ ਕੇ ਉਸ ਨੂੰ ਮਾਰ ਦਿੱਤਾ। ਇਸ ਗੱਲੋਂ ਡੰਗਰਾਂ ਦੇ ਇਸ ਪਾਲੀ ਦੀ ਮਸ਼ਹੂਰੀ ਹੋ ਗਈ। ਲੋਕ ਉਸ ਨੂੰ ਬਲੀ ਪੀਰ ਸਮਝ ਕੇ ਮੰਨਣ ਲੱਗ ਪਏ। ਮਰਨ ਪਿੱਛੋਂ ਮੰਨਣ ਵਾਲਿਆਂ ਫਿਰ ਉਸ ਦੀ ਪੂਜਾ ਆਰੰਭ ਦਿੱਤੀ। ਪੀਰ ਸਮਝ ਕੇ ਉਸ ਦੀ ਦਰਗਾਹ ਬਣਾਈ ਗਈ। ਇਸ ਪੀਰ ਨੂੰ ਮੰਨਣ ਵਾਲਿਆਂ ਵਿੱਚ ਇੱਕ ਦਾਨੀ ਜੱਟੀ ਸੀ। ਕਹਿੰਦੇ ਉਸਨੇ ਬੜੇ ਪੀਰ ਫਕੀਰ ਮਨਾਏ ਸੀ, ਪਰ ਪੁੱਤਰ ਨਾ ਜੰਮਿਆ। ਅਖੇ ਜਦੋਂ ਸਰਵਰ ਦੀ ਮੰਨਤ ਮੰਨੀ
ਕਰਨਾ ਰੱਬ ਦਾ ਇਹ ਹੋਇਆ ਕਿ ਉਸ ਦੀ ਗੋਦ ਹਰੀ ਹੋ ਗਈ ਤੇ ਬਾਂਝ ਤੀਵੀਂ ਨੂੰ ਪੁੱਤਰ ਪੈਦਾ ਹੋ ਗਿਆ। ਸਾਰੇ ਪੱਲੂ ਫੇਰ ਦਿੱਤਾ ਕਿ ਇਹ ਪੁੱਤਰ ਮੈਨੂੰ ਸਰਵਰ ਨੇ ਬਖਸ਼ਿਆ ਹੈ। ਸਰਵਰ ਨੂੰ ਇਸ ਤਰ੍ਹਾਂ ਦੀਆਂ ਦਾਤਾਂ ਦੇਣ ਵਾਲਾ ਮੰਨ ਕੇ ਸਖੀ ਮੰਨ ਲਿਆ ਗਿਆ, ਕਿਉਂਕਿ ਦਾਤਾ ਜਾਂ ਦਾਤ ਪੁੱਤਰ ਦੀ ਬਖਸ਼ੀ ਸੀ। ਪੁੱਤਰਾਂ ਨੂੰ ਸਾਡੀ ਬੋਲਚਾਲ ਵਿੱਚ ਲਾਲ ਵੀ ਕਹਿੰਦੇ ਹਨ। ਸਖੀ ਸਰਵਰ ਨੂੰ ਹੁਣ ਪੁੱਤਰ ਦੇਣ ਵਾਲੇ ਭੰਡਾਰਚੀ ਬਣ ਗਏ। ਤੇ ਇੱਕ ਹੋਰ ਲਾਲਾਂ ਵਾਲਾ ਨਾਂ ਪ੍ਰਸਿੱਧ ਹੋ ਗਿਆ। ਸਖੀ ਸਰਵਰ, ਲਾਲਾਂ ਵਾਲਾ ਆਦਿ ਉਪਾਧੀਆਂ ਪੀਰ ਦੇ ਨਾਂ ਨਾਲ ਜੁੜ ਗਈਆਂ ਅਤੇ ਮੰਨਣ ਵਾਲਿਆਂ ਦੀ ਗਿਣਤੀ ਹੋਰ ਵੱਧ ਗਈ। ਜਿਸ ਕਿਸੇ ਦੇ ਬੱਚੇ ਨੂੰ ਕੋਈ ਤਕਲੀਫ ਹੋਵੇ, ਡੰਗਰ ਵੱਛਾ ਗਵਾਚ ਜਾਵੇ, ਚੋਰੀ ਕਰਨ ਵਾਲੇ ਨੂੰ ਫੜੇ ਜਾਣ ਦਾ ਡਰ ਹੋਵੇ, ਉਹਨਾਂ ਆਪਣੇ ਮਨ ਨੂੰ ਢਾਰਸ ਦੇਣ ਲਈ ਪੀਰ ਦੀ ਸੁਖਣਾ ਸੁਖ ਲੈਣੀ। ਜਿਸ ਦੀ ਗੱਲ ਠੀਕ ਬੈਠ ਜਾਣੀ, ਉਸੇ ਨੇ ਤਾਂ ਪੀਰ ਦੀ ਮੰਨਤ ਚੜਾਉਣੀ ਹੀ ਹੁੰਦੀ ਸੀ। ਨਾਲ ਉਸ ਦੇ ਗੁਣ ਗਾਉਣੇ ਤੇ ਸ਼ਕਤੀ ਦੀ ਸ਼ੋਭਾ ਕਰਨੀ ਵੀ ਜ਼ਰੂਰੀ ਸੀ। ਇਸ ਰਚਨਾਤਮਕ ਪ੍ਰੋਗਰਾਮ ਦੀ ਪੂਰਤੀ ਲਈ ਅਨੇਕਾਂ ਗੀਤ ਰਚੇ ਗਏ। ਪੌੜੀਆਂ ਤੇ ਵਾਰਾਂ ਦੀ ਰਚਨਾ ਹੋਣ ਲੱਗ ਪਈ। ਗਾਉਣ ਵਾਲੇ ਭਰਾਈਆਂ ਲਈ, ਜੋ ਪਿੰਡਾਂ ਵਿੱਚ ਘਰ ਘਰ ਜਾ ਕੇ ਕਿਸੇ ਵਲੀ ਪੀਰ ਦੇ ਕਾਰਨਾਮੇ ਸੁਣਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ, ਇੱਕ ਲੋਕ ਪ੍ਰਿਯ ਨੇ ਨਵੀਂ ਕਿਸਮ ਦਾ ਪੀਰ ਲੱਭ ਲਿਆ। ਇੱਕ ਲੋਕਪ੍ਰਿਯ ਤੇ ਨਵੀਂ ਕਿਸਮ ਦਾ ਪੀਰ ਲੱਭ ਪਿਆ। ਰਾਂਝੇ ਹੀਰ ਸੋਹਣੀ ਮਹੀਵਾਲ ਦੇ ਕਿੱਸਿਆਂ ਤੇ ਗੀਤਾਂ ਨਾਲੋਂ ਇਸ ਦੇ ਗੀਤਾਂ ਵਿੱਚ ਜਿੱਥੇ ਇਸ਼ਕ ਮੁਸ਼ਕ ਦੀ ਕੋਈ ਗੱਲ ਨਹੀਂ ਸੀ, ਇਸ ਕਾਰਨ ਸਾਊਆਂ ਦੇ ਪਰਿਆਂ ਵਿੱਚ ਵੀ ਪਸੰਦ ਆਇਆ। ਵਾਧੇ ਦੀ ਗੱਲ ਇਹ ਕਿ ਹੋਰਨਾਂ ਦੇ ਕਿੱਸੇ ਕੇਵਲ ਉਹਨਾਂ ਦੀ ਉਪਾਸ਼ਨਾ ਤੇ ਬਹਾਦਰੀ ਦਾ ਚਾਅ ਉਤਸ਼ਾਹ ਤੇ ਜੋਸ਼ ਭਰਨ ਵਾਲੇ ਸਨ। ਸਰਵਰ ਦੀ ਸ਼ੋਭਾ ਮੁਰਾਦਾਂ ਪੂਰੀਆਂ ਕਰਨ ਵਾਲਾ ਹੋਣ ਕਾਰਨ ਨਿਰਾਲੀ ਸੀ। ਇਸ ਦੀ ਸ਼ੋਭਾ ਉੱਤੇ ਸਮਾਂ ਖਰਚਣ ਵਾਲਿਆਂ ਨੂੰ ਅੱਗਿਓਂ ਕੁਝ ਮਿਲਣ ਦਾ ਭਰੋਸਾ ਵੀ ਦਿੱਤਾ ਜਾਂਦਾ ਸੀ। ਉਹਨਾਂ ਵਿੱਚ ਸਭ ਤੋਂ ਪਿਆਰੀ ਚੀਜ਼ ਪੁੱਤਰਾਂ ਦੀ ਦਾਤ ਤਾਂ ਖੁੱਲੇ ਦਿਲ ਨਾਲ ਬਖਸ਼ਣ ਵਾਲਾ ਲਾਲਾਂ ਵਾਲਾ ਪੀਰ ਮੰਨਿਆ ਗਿਆ। ਡੰਗਰ ਵੱਛੇ ਦੇ ਬੰਨ ਪੈਣ ਦੀ ਬਿਮਾਰੀ ਦੇ ਛੁਟਕਾਰੇ ਅਤੇ ਅੱਗੇ ਲਈ ਪਰਿਵਾਰਕ ਸੁੱਖਾਂ ਦੀ ਗਰੰਟੀ ਲਈ ਹੋਰ ਸੰਗੀ ਸਾਥੀ ਰਲ ਕੇ ਵੀ ਉਸ ਦੀ ਕਬਰ ਦੀ ਪੂਜਾ ਜਾਂ ਹੱਜ ਕਰਨ ਲਈ ਆਉਣ ਜਾਣ ਲੱਗੇ। ਗਾਉਣ ਵਾਲੇ ਭਰਾਈਆਂ ਦਾ ਧੰਦਾ ਚੱਲ ਗਿਆ। ਕੰਨੋ ਕੰਨੀ ਉਹਨਾਂ ਨੇ ਦੂਰ ਨੇੜੇ ਇਸ ਨਵੀਂ ਲੱਭਤ ਦੀਆਂ ਕਨਸੂਹਾਂ ਪਹੁੰਚਾ ਦਿੱਤੀਆਂ ਅਤੇ ਪੀਰ ਜੀ ਦੇ ਗੁਣ ਖੰਭਾਂ ਤੋਂ ਡਾਰਾ ਬਣਾ ਕੇ ਅਜਿਹੇ ਢੰਗ ਨਾਲ ਉਡਾਉਣੇ ਸ਼ੁਰੂ ਕੀਤੇ ਕਿ ਪੰਜਾਬ ਦੇ ਪਿੰਡ ਪਿੰਡ ਵਿੱਚ ਸ਼ਰਧਾਲੂ ਪੈਦਾ ਹੋ ਗਏ। ਸ਼ਰਧਾਲੂਆਂ ਦੀਆਂ ਮੰਨੀਆਂ ਮੰਨਤਾਂ ਪੂਰੀਆਂ ਕਰਾਉਣ ਦੀ ਜ਼ਾਮਨੀ ਦੇਣ ਅਤੇ ਪਿਛਲੀਆਂ ਪੂਰੀਆਂ ਹੋਈਆਂ ਸੁਖਣਾ ਦਾ ਸਿਰਾਂ ਤੋਂ ਕਰਜ਼ਾ ਲਾਉਣ ਲਈ ਲੋਕਾਂ ਨੂੰ ਪੀਰ ਦੀ ਕਬਰ ਉੱਤੇ ਲੈ ਜਾਣ ਦਾ ਧੰਦਾ ਆਰੰਭ ਦਿੱਤਾ ਗਿਆ। ਲੋਕਾਂ ਨੇ ਭਰਾਈਆਂ ਨੂੰ ਪਿੰਡਾਂ ਵਿੱਚ ਪੀਰ ਦੇ ਏਜੰਟ ਸਮਝ ਕੇ ਮੰਨਣਾ ਅਤੇ ਉਹਨਾਂ ਰਾਹੀਂ ਬੱਚਿਆਂ ਦੇ ਤੇ ਡੰਗਰਾਂ ਦੀਆਂ ਬਿਮਾਰੀਆਂ ਉੱਤੇ ਝਾੜਾ ਫੂਕ ਕਰਾਉਣ ਲਈ ਹਥੌਲੇ ਆਰੰਭ ਦਿੱਤੇ। ਭਰਾਈਆਂ ਨੇ ਵੀ ਜਿਨ੍ਹਾਂ ਨੂੰ ਕਲਮਾ ਆਉਂਦਾ ਸੀ, ਉਹਨਾਂ ਉਹ ਪੜ੍ਹ ਕੇ ਅਤੇ ਇਹ ਇਧਰੋਂ ਉਧਰੋਂ ਮੰਤਰ ਪੜ੍ਹ ਕੇ ਇਸ ਕਾਰਜ ਵਿੱਚ ਛੋਟੇ-ਮੋਟੇ ਪੀਰ ਪਿੰਡ ਵਿੱਚ ਹੀ ਲੱਭ ਪੈਣ ਦੀ ਰੱਬੀ ਸਹੂਲੀਅਤ ਸਭਨਾਂ ਦੇ ਭਲੇ ਲਈ ਮੁਹੱਈਆ ਕਰਨੀ ਆਰੰਭ ਦਿੱਤੀ। ਪਿੰਡਾਂ ਦੀਆਂ ਸੰਗਤਾਂ ਦੇ ਭਰਾਈ ਇੱਕ ਤਰ੍ਹਾਂ ਆਰਗੇਨਾਈਜ਼ਰ ਅਤੇ ਧਾਰਮਿਕ ਆਗੂ ਤੇ ਜਥੇਦਾਰ ਬਣ ਗਏ। ਉਹਨਾਂ ਦੀ ਪਹੁੰਚ ਸਰਵ ਸਾਂਝੀ ਤੇ ਸਾਰੇ ਦੁੱਖਾਂ ਦੇ ਹਰਨ ਤੇ ਸਾਰੇ ਸੁੱਖਾਂ ਤੇ ਨਿਧਾਂ ਦੀ ਪ੍ਰਾਪਤੀ ਵਾਲੀ ਤੇ ਕਿਸੇ ਕਿਸਮ ਦੀ ਵੀ ਮਰਿਆਦਾ ਦੇ ਬੰਧਨਾਂ ਤੋਂ ਮੁਕਤ ਸੀ। ਇਸ ਲਈ ਬਿਨਾਂ ਮਜ਼ਹਬੋਂ ਮਿਲਤ ਲੋਕ ਇਸ ਨਵੇਂ ਲੋਕ ਪੈਗੰਬਰ ਦੇ ਸ਼ਰਧਾਲੂ ਬਣ ਗਏ। ਜਗ ਕੀ ਭੇਡਾ ਚਾਲ ਚਲਤੇ ਕੇ ਪਿੱਛੇ ਚੱਲੈ, ਵਾਕ ਵਿੱਚ ਦਰਸਾਏ ਗਿਆਨ ਤੇ ਅਮਲ ਸ਼ੁਰੂ ਹੋ ਗਿਆ। ਮੁਲਤਾਨ ਤੋਂ ਲੈ ਕੇ ਬਾਂਗਰ ਦੇਸ਼ ਤੱਕ ਇਸ ਪੀਰ ਦੀ ਤੂਤੀ ਬੋਲਣ ਲੱਗ ਪਈ। ਜਿਵੇਂ ਹਿੰਦੂ ਦੇਵੀਆਂ ਦੇ ਥਾਨਾਂ ਨੂੰ ਸੰਗ ਲੈ ਕੇ ਤੁਰਦੇ ਸਨ, ਇਸੇ ਤਰ੍ਹਾਂ ਭਰਾਈਆਂ ਨੇ ਇਸ ਪੀਰ ਦੇ ਸੰਗ ਟੋਰਨੇ ਆਰੰਭ ਕਰ ਦਿੱਤੇ। ਪਿੰਡਾਂ ਦੇ ਲੋਕਾਂ ਨੂੰ ਢੋਲ ਵਜਾ ਕੇ ਪ੍ਰੇਰਨਾ, ਫਿਰ ਇੱਕ ਝੰਡੇ ਹੇਠਾਂ ਇਕੱਠੇ ਕਰਨਾ,
ਕਿਸੇ ਰੜੇ ਤੇ ਖੁੱਲੀ ਮੋਕਲੀ ਥਾਂ ਵਿੱਚ ਆਸ-ਪਾਸ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਢੋਲ ਦੇ ਡੱਗੇ ਨਾਲ ਉਹਨਾਂ ਦੇ ਦਿਲਾਂ ਦੀਆਂ ਧੜਕਣਾਂ ਸਾਧ ਕੇ ਅਜਿਹਾ ਚਲਾਉਣਾ ਕਿ ਪ੍ਰੇਮੀਆਂ ਨੇ ਪੈਦਲ ਹੀ ਯਾਤਰਾ ਆਰੰਭ ਦੇਣੀ। ਪਦ ਯਾਤਰਾ ਦਾ ਮਹੱਤਵ ਇਹਨਾਂ ਲੋਕਾਂ ਨੂੰ ਪਹਿਲੋਂ ਪਹਿਲ ਖੂਬ ਸਮਝ ਵਿੱਚ ਆਇਆ ਸੀ। ਜਿਨ੍ਹਾਂ ਸ਼ਰਧਾ ਨਾਲ ਪੈਰੀਂ ਚੱਲ ਕੇ ਉਹ ਵੀ ਜੇ ਪੈਰ ਨੰਗੇ ਹੋਣ ਪੀਰ ਦੇ ਚਾਲੇ ਜਾਣ ਦਾ ਲਾਭ ਹੁੰਦਾ ਹੈ, ਉਹਨਾਂ ਕਿਸੇ ਹੋਰ ਪੁੰਨ ਦਾ ਫਲ ਨਹੀਂ। ਇਸ ਮਨੌਤ ਦੀ ਤਾਬਿਆ ਸਖੀ ਸਰਵਰ ਦੇ ਗੀਤ ਗਾਉਂਦੇ, ਟੱਪੇ ਅਲਾਉਂਦੇ, ਪੌੜੀਆਂ ਤੇ ਵਾਰਾਂ ਵਿੱਚ ਉਸ ਦੇ ਗੁਣਾਂ ਦੀ ਮਾਲਾ ਫੇਰਦਿਆਂ ਦੇ ਜਦੋਂ ਇਹ ਸੰਗ ਧੌਂਕਲ ਤੱਕ ਚੱਲਣੇ ਸ਼ੁਰੂ ਹੋਏ ਤਾਂ ਇਸ ਪੀਰ ਤੋਂ ਸੁਲਤਾਨੁਲ ਪੀਰ ਬਣ ਗਿਆ। ਇਸ ਦੇ ਸ਼ਰਧਾਲੂ ਸੁਲਤਾਨੀਏ ਕਹਾਉਣ ਲੱਗ ਪਏ। ਗੁਰੂ ਸਾਹਿਬਾਨ ਦੇ ਸਮੇਂ ਵਿਸ਼ੇਸ਼ ਕਰਕੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਸਮਕਾਲ ਅੰਦਰ ਮਾਝਾ, ਮਾਲਵਾ, ਦੁਆਬਾ ਦੇਸ਼ ਇਸ ਪੀਰ ਦੀ ਉਮਤ ਬਣ ਚੁੱਕਿਆ ਸੀ। ਲੋਕਾਂ ਦੀ ਨਾ ਕੋਈ ਜਥੇਬੰਦੀ ਸੀ, ਨਾ ਜੀਵਨ ਮਰਿਆਦਾ, ਨਾ ਆਚਾਰ ਤੇ ਸੰਯਮ ਤੇ ਨਾ ਸ਼ੁਭ ਕੰਮ ਕਰਨ ਦੀ ਮਹੱਤਤਾ। ਪੁੱਤਰਾਂ ਦੀਆਂ ਦਾਤਾਂ ਮੰਗਣ ਵਾਲਿਆਂ ਨੇ ਤਾਂ ਪੀਰ ਦੀ ਜ਼ਿਆਰਤ ਤੇ ਜਾਣਾ ਹੀ ਸੀ। ਚੋਰ, ਯਾਰ, ਡਾਕੂ, ਧਾੜਵੀ ਵੀ ਆਪਣੇ ਮਨ ਦੀਆਂ ਮੁਰਾਦਾਂ ਲਈ ਸੰਗਾਂ ਵਿੱਚ ਰਲ ਕੇ ਜਾਂਦੇ ਸਨ। ਗੁਰੂ ਅਰਜਨ ਦੇਵ ਜੀ ਦੇ ਕਈਆਂ ਪ੍ਰੇਮੀਆਂ ਨੂੰ ਇਸ ਪੀਰ ਦੀ ਯਾਤਰਾ ਤੇ ਜਾਂਦਿਆਂ ਆਉਂਦਿਆਂ ਹੀ ਦਰਸ਼ਨ ਹੋਏ ਸਨ, ਜਿਨ੍ਹਾਂ ਵਿੱਚੋਂ ਭਾਈ ਭਗਤ ਤੇ ਚੌਧਰੀ ਲੰਗਾ ਅਤੇ ਫਫੜਿਆਂ ਦੇ ਭਾਈ ਬਹਿਲੋ ਦੇ ਨਾਂ ਪ੍ਰਸਿੱਧ ਹਨ। ਅਨੇਕਾਂ ਪ੍ਰੇਮੀਆਂ ਨੂੰ ਗੁਰੂ ਜੀ ਨੇ ਗਿਆਨ ਬਖਸ਼ਿਆ ਤਾਂ ਉਹਨਾਂ ਦਾ ਇਸ ਪੀਰ ਤੋਂ ਛੁਟਕਾਰਾ ਹੋਇਆ। ਗੁਰੂ ਸਾਹਿਬਾਨ ਦੇ ਸਮੇਂ ਪਿੱਛੋਂ ਜਦੋਂ ਖਾਲਸਾ ਜੰਗਾਂ ਯੁੱਧਾਂ ਵਿੱਚ ਰੁੱਝ ਗਿਆ, ਜਥੇਬੰਦਕ ਸ਼ਕਤੀ ਪੰਜਾਬ ਦੇ ਪਿੰਡਾਂ ਦੀ ਥਾਂ ਲੜਾਕੇ ਦਸਤਿਆਂ ਤੱਕ ਸੀਮਿਤ ਹੋ ਗਈ। ਉਸ ਸਮੇਂ ਫਿਰ ਇਸ ਪੀਰ ਦੇ ਭਗਤਾਂ ਨੇ ਆਪਣਾ ਪ੍ਰਚਾਰ ਵਧਾ ਦਿੱਤਾ। ਸਿੰਘ ਸਭਾ ਲਹਿਰ ਦਾ ਇਹ ਵਿਸ਼ੇਸ਼ ਉਦਮ ਸੀ ਕਿ ਉਹ ਪੰਜਾਬ ਵਾਸੀਆਂ, ਖਾਸ ਕਰਕੇ ਗੁਰਸਿੱਖਾਂ ਦੇ ਅੰਦਰ ਆਈਆਂ ਹੋਈਆਂ ਅਜਿਹੀਆਂ ਬਿਮਾਰੀਆਂ ਦੇ ਕੀਟਾਣੂਆਂ ਨੂੰ ਸਾਫ਼ ਕਰੇ। ਭਾਈ ਦਿੱਤ ਸਿੰਘ ਜੀ ਸਿੰਘ ਸੱਜਣ ਤੋਂ ਪਹਿਲਾਂ ਸਿੱਖਾਂ ਵਿੱਚੋਂ ਇੱਕ ਵਧੇਰੇ ਹੀ ਅੱਗੇ ਲੰਘ ਚੁੱਕੀ ਸੁਧਾਰਕ ਲਹਿਰ ਗੁਲਾਬਦਾਸੀਆਂ ਵਿੱਚੋਂ ਹੋ ਆਏ ਸਨ। ਗੁਲਾਬਦਾਸੀਏ ਦੇਖਣ ਪਾਖਣ ਨੂੰ ਸਿੱਖ, ਵਿਚਾਰਾਂ ਕਰਕੇ ਦੇਵਤੀਆਂ ਜਿਹੇ ਤਰਕ ਸ਼ਾਸਤਰ ਅਤੇ ਆਚਾਰ ਵਿਹਾਰ ਵਿੱਚ ਖੁੱਲੇ ਖੁਲਾਸੇ ਜਿਹੇ ਹੁੰਦੇ ਸੀ। ਜਿਵੇਂ ਗਿਆਨੀ ਜੀ ਨੇ ਆਪਣੀ ਪੁਸਤਕ ਮੇਰਾ ਦਇਆਨੰਦ ਨਾਲ ਸੰਵਾਦ ਦੀ ਭੂਮਿਕਾ ਵਿੱਚ ਲਿਖਿਆ ਹੈ, ਉਹ ਬਚਪਨ ਵਿੱਚ ਹੀ ਪਿੰਡਾਂ ਵਿੱਚ ਸਾਧੂ ਦੇ ਰੂਪ ਵਿੱਚ ਅਜਿਹੇ ਪਖੰਡਾਂ ਦਾ ਖੰਡਨ ਲਈ ਵਿਚਰ ਕੇ ਪ੍ਰਚਾਰ ਕਰਦੇ ਸਨ। ਆਪ ਜੀ ਸਿੰਘ ਸੱਜ ਕੇ ਜਦੋਂ ਲਾਹੌਰ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੈਸਰ ਲੱਗੇ, ਨਾਲ ਹੀ ਖਾਲਸਾ ਅਖਬਾਰ ਵਿੱਚ ਐਡੀਟਰ ਬਣੇ ਤਾਂ ਸੁਧਾਰ ਦੀ ਲਹਿਰ ਭਾਂਬੜ ਬਣ ਕੇ ਮੱਚੀ। ਫਲਸਰੂਪ ਆਪ ਜੀ ਨੇ ਲਗਾਤਾਰ ਖਾਲਸਾ ਅਖਬਾਰ ਵਿੱਚ ਵਹਿਮਾਂ ਵਿਰੁੱਧ ਇੱਕ ਵਿਸ਼ਾ ਲੈ ਕੇ ਲਿਖਣਾ ਆਰੰਭਿਆ ਅਤੇ ਹੋਰ ਮਤਾਂਤਰਾਂ ਦੀਆਂ ਕਚਿਆਈਆਂ ਪ੍ਰਗਟਾ ਕੇ ਕੁਫਰ ਤੇ ਦੰਭ ਦੇ ਪਰਦੇ ਫਾੜ ਕੇ ਗੁਰਮਤ ਸੱਚ ਪ੍ਰਕਾਸ਼ਵਾਨ ਕੀਤਾ। ਇਸ ਸੁਧਾਰ ਲੜੀ ਵਿੱਚੋਂ ਆਪ ਜੀ ਦੀਆਂ 2 ਦਰਜਨ ਦੇ ਕਰੀਬ ਪੁਸਤਕਾਂ ਆ ਜਾਂਦੀਆਂ ਹਨ, ਜਿਨ੍ਹਾਂ ਵਿੱਚ ਦੁਰਗਾ ਪ੍ਰਬੋਧ, ਆਰਤੀ ਪ੍ਰਬੋਧ, ਨਕਲੀ ਸਿੱਖ ਪ੍ਰਬੋਧ, ਪੰਮਾ ਪ੍ਰਬੋਧ, ਮੀਰਾ ਮਨਾਉਤ, ਗੁੱਗਾ ਗਪੌੜਾ ਤੇ ਸੁਲਤਾਨ ਪੁਆੜਾ ਖਾਸ ਕਰਕੇ ਪ੍ਰਸਿੱਧ ਹਨ। ਭਾਈ ਸਾਹਿਬ ਜੀ ਨੇ ਅੰਧ ਵਿਸ਼ਵਾਸੀ ਲੋਕਾਂ ਨੂੰ ਪ੍ਰਬੋਧਨ ਲਈ ਸਵਾਲ ਜਵਾਬ ਦਾ ਢੰਗ ਵਰਤਿਆ ਹੈ। ਬਹੁਤਾ ਕੁਝ ਸਰਲ ਕਵਿਤਾ ਵਿੱਚ ਸ਼ਾਇਦ ਇਸ ਲਈ ਲਿਖਿਆ ਸੀ ਕਿ ਪੜ੍ਹਨ ਵਾਲਿਆਂ ਦੇ ਕੁਝ ਵਾਕ ਕੰਠਾਗਰ ਹੀ ਹੋ ਜਾਣ। ਆਪ ਜੀ ਦੀ ਕਵਿਤਾ ਦਾ ਰੂਪ ਅੱਜ ਕੱਲ ਕੁਝ ਪੁਰਾਣਾ ਲੱਗਦਾ ਹੈ, ਪਰ ਹੈ ਬੜਾ ਸਰਲ ਅਤੇ ਰੌਚਕ। ਕਈ ਮਿਸਰੇ ਤਾਂ ਇੱਕ ਵਾਰ ਪੜ੍ਹਨ ਨਾਲ ਹੀ ਜ਼ਬਾਨ ਉੱਤੇ ਖੋਲਣ ਲੱਗ ਜਾਂਦੇ ਹਨ। ਮਿਸਾਲ ਦੇ ਤੌਰ ਤੇ ਸੁਲਤਾਨ ਪੁਆੜੇ ਦਾ ਪਹਿਲਾ ਦੋਹਾ ਹੀ ਲੈ ਲਵੋ, 10ਵੇਂ ਗੁਰੂ ਦੀ ਓਟ ਲੈ ਖੜਗ ਗਿਆਨ ਕੱਢ, ਇਸ ਮੀਂਹੇ ਸੁਲਤਾਨ ਦਾ ਫਸਤਾ ਦੇਵਾਂ ਵੱਢ। ਆਪਣੇ ਕਲਪੇ ਪਾਤਰਾਂ ਰਾਹੀਂ ਜਿਸ ਤਰ੍ਹਾਂ ਗਿਆਨ ਚਰਚਾ ਕਰਕੇ ਆਪ ਨੇ ਸਿੱਟੇ ਕੱਢ ਕੇ ਫੋਕੀਆਂ ਕਥਾ ਕਹਾਣੀਆਂ ਦਾ
ਸ਼ਜਰਾ ਸਮਝਾ ਕੇ ਅਗਿਆਨ ਦੇ ਅੰਧੇਰੇ ਨੂੰ ਕੱਟਿਆ ਹੈ। ਇਹ ਕਮਾਲ ਵੀ ਜ਼ਮਾਨਾ ਆਪ ਜੀ ਨੂੰ ਹੀ ਹਾਸਲ ਹੈ। ਇਹ ਕਮਾਲ ਵੀ ਜ਼ਮਾਨਾ ਆਪ ਜੀ ਨੂੰ ਹੀ ਹਾਸਲ ਸੀ। ਸਰਵਰ ਦੇ ਇੱਕ ਸ਼ੇਰ ਮਾਰਨ ਦੀ ਕਹਾਣੀ ਦੇ ਉੱਤਰ ਵਿੱਚ ਸ਼ੇਰ ਮਾਰਨ ਵਾਲਿਆਂ ਦੀਆਂ ਕਈ ਬਹਾਦਰੀਆਂ ਆਪ ਜੀ ਨੇ ਦੱਸ ਕੇ ਭੇਦ ਖੋਲ੍ਹਿਆ ਹੈ ਕਿ ਇਹ ਕੋਈ ਕਰਾਮਾਤ ਨਹੀਂ ਕਹੀ ਜਾ ਸਕਦੀ। ਬੰਦਿਆਂ ਵੱਲੋਂ ਸ਼ੇਰ ਮਾਰਨ ਦੇ ਅਜਿਹੇ ਕਾਰਨਾਮੇ ਅੱਜ ਕੱਲ੍ਹ ਵੀ ਅਸੀਂ ਸੁਣਦੇ ਪੜ੍ਹਦੇ ਹਾਂ। ਜਿੱਥੋਂ ਤੱਕ ਸੁਖਣਾ ਪੂਰੀਆਂ ਹੋਣ ਦੀ ਗੱਲ ਹੈ ਕਿ ਕਿਸ ਤਰ੍ਹਾਂ ਬਿਨਾਂ ਪੀਰ ਹੀ ਮਨੁੱਖਾਂ ਦੀ ਮਾਨਤਾ ਉਹਨਾਂ ਦੇ ਕਾਜ ਸਵਾਰਦੀ ਰਹਿੰਦੀ ਹੈ। ਭਾਈ ਦਿੱਤ ਸਿੰਘ ਹੋਰਾਂ ਨੇ ਪ੍ਰਬਲ ਦਲੀਲ ਦਿੱਤੀ ਹੈ। ਦਾਨੀ ਜੱਟੀ ਕਰੀ ਸਪੁੱਤਰੀ ਪੀਰ ਤੁਹਾਡੇ ਘਰ ਦੇ ਅੱਜ ਕੱਲ ਜੋ ਸਰਵਰੀਏ ਹਨ ਕਿਤਨੇ ਔਤਰ ਮਰਦੇ। ਸਫਾ 18। ਇਹ ਜੋ ਕੁੱਤੀ ਸੂਈ ਕੱਲ ਬੈਠੀ ਹੈ ਤੇਰਾ ਘਰ ਮੱਲ, ਬੱਚੇ 7 ਜੋ ਇਸ ਨਿਕਾਲੇ ਕਦੋਂ ਗਈ ਸਰਵਰ ਦੇ ਚਾਲੇ। ਸਫਾ 20। ਭਾਈ ਸਾਹਿਬ ਜੀ ਨੇ ਵੱਖੋ ਵੱਖਰੀਆਂ ਜਾਤੀਆਂ ਦੇ ਲੋਕਾਂ ਨੂੰ ਇੱਕ ਇੱਕ ਕਰਕੇ ਸਿਖਾਇਆ ਜਾਂ ਸਿੱਖਿਆ ਦਿੰਦਿਆਂ ਅੰਮ੍ਰਿਤ ਛਕ ਕੇ ਸਿੰਘ ਸੱਜਣ ਦੀ ਪ੍ਰੇਰਨਾ ਦਿੱਤੀ ਹੈ। ਇਸ ਵੇਲੇ ਇਹਨਾਂ ਪੁਸਤਕਾਂ ਦੇ ਵਾਚਣ ਦਾ ਇੱਕ ਸਾਹਿਤਕ ਪਹਿਲੂ ਵੀ ਹੈ। ਇਸ ਕਾਲ ਦੀਆਂ ਪੁਸਤਕਾਂ ਕਿਵੇਂ ਰਚੀਆਂ ਜਾਂਦੀਆਂ ਰਹੀਆਂ ਤੇ ਕਿਸ ਭਾਂਤ ਦੀ ਉਸ ਸਮੇਂ ਦੀ ਭਾਸ਼ਾ ਦਾ ਵਿਨੋਦੀ ਰੰਗ ਹੈ ਸੀ, ਇਸ ਬਾਰੇ ਜਾਣਕਾਰੀ ਮਿਲਦੀ ਹੈ। ਪਰ ਸੁਧਾਰ ਦੇ ਪਹਿਲੂ ਤੋਂ ਇਸ ਦੀ ਮਹਾਨਤਾ ਅੱਜ ਕੱਲ੍ਹ ਹੋਰ ਵੱਧ ਗਈ ਹੈ। ਜਦੋਂ ਕਿ ਮੁਸਲਮਾਨ ਇਸ ਪੰਜਾਬ ਵਿੱਚ ਨਹੀਂ ਰਹੇ, ਪਰ ਉਹਨਾਂ ਦੇ ਪੀਰ ਫਕੀਰ ਉਵੇਂ ਜਿਵੇਂ ਸਾਡੇ ਲੋਕਾਂ ਅੰਦਰ ਘੁੱਸੇ ਹੋਏ ਹਨ। ਮਲੇਰਕੋਟਲੇ ਦੇ ਹੈਦਰ ਸ਼ੇਖ ਨੇ ਸਖੀ ਸਰਵਰ ਵਾਲੀ ਸ਼ਰਧਾ ਕਾਫੀ ਬਟੋਰ ਲਈ ਹੈ। ਜਗਰਾਵਾਂ ਦੀ ਰੋਸ਼ਨੀ ਸਮੇਂ ਪੀਰ ਮੁਹਕਮਦੀਨ ਜੀ ਦੀ ਮਾਨਤਾ ਤੇ ਚਾਲੇ ਪਾਉਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਕਈ ਥਾਵਾਂ ਉੱਤੇ ਐਵੇਂ ਹੀ ਪੀਰਾਂ ਦੀਆਂ ਕਬਰਾਂ ਲੱਭ ਕੇ ਸਾਜੀਆਂ ਜਾ ਰਹੀਆਂ ਹਨ। ਹਏ ਝੰਡੇ ਲਹਿਰਾ ਕੇ ਤਾਜ਼ਾ ਕਲੀ ਕੀਤੀਆਂ ਕਬਰਾਂ ਦੇ ਮਜ਼ੌਰਾਂ ਸਾਈਆਂ ਤੇ ਤਕੀਆਂ ਦੀ ਮਾਨਤਾ ਮੁੜ ਉਭਾਰੀ ਜਾ ਰਹੀ ਹੈ। ਸਿੱਖ ਪ੍ਰਚਾਰਕਾਂ ਨੂੰ ਖਾਸ ਤੌਰ ਤੇ ਵਹਿਮਾਂ ਭਰਮਾਂ ਦੇ ਵਿਰੋਧੀ ਸਿੰਘਾਂ ਨੂੰ ਆਮ ਤੌਰ ਤੇ ਅਜਿਹੀਆਂ ਪੁਸਤਕਾਂ ਦਾ ਪੜ੍ਹਨਾ ਜ਼ਰੂਰੀ ਹੈ, ਤਾਂ ਜੋ ਅਖੌਤੀ ਪੀਰਾਂ ਫਕੀਰਾਂ ਤੇ ਦੰਬੀਆਂ ਦੇ ਹੱਕ ਵਿੱਚ ਦਿੱਤੀਆਂ ਜਾਣ ਵਾਲੀਆਂ ਦਲੀਲਾਂ ਭੇੜਨ ਵਾਲਿਆਂ ਨੂੰ ਨਿਰਉੱਤਰ ਕਰ ਸਕਣ। ਕੇਂਦਰੀ ਸਿੰਘ ਸਭਾ ਕਮੇਟੀ ਨੇ ਭਾਈ ਦਿੱਤ ਸਿੰਘ ਜੀ ਲਿਖਤ ਸਾਰੇ ਸਾਹਿਤ ਨੂੰ ਮੁੜ ਛਾਪ ਕੇ ਪਾਠਕਾਂ ਤੱਕ ਪਹੁੰਚਾਉਣ ਦੀ ਜੋ ਨੀਤੀ ਬਣਾਈ ਸੀ, ਉਸ ਮੁਤਾਬਕ ਇਹ ਦੋਵੇਂ ਪੁਸਤਕਾਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਪਾਠਕਾਂ ਦੀ ਭੇਟ ਹਨ। ਆਸ਼ਾ ਹੈ ਸਾਹਿਤ ਪ੍ਰੇਮੀ ਦੇ ਤੇ ਤੱਤ ਵਿਹਾਜਣ ਵਾਲੇ ਰਸੀਏ ਲਾਭ ਉਠਾਉਣਗੇ। ਸਿਰਲੇਖ ਜਾਂ ਕਿਤਾਬ ਇੱਥੋਂ ਸ਼ੁਰੂ ਹੁੰਦੀ ਹੈ। ਗੁੱਗਾ ਗਪੌੜਾ, ਲੇਖਕ ਗੁਰਪੁਰ ਵਾਸੀ ਪ੍ਰੋਫੈਸਰ ਦਿੱਤ ਸਿੰਘ ਜੀ ਗਿਆਨੀ, ਲਾਹੌਰ। ਸਿਰਲੇਖ ਸੈਲਾਨੀ ਸਿੰਘ। ਦੋਹਰਾ। ਇੱਕ ਦਿਨ ਕਰਦਿਆਂ ਸੈਲ ਸੀ ਸਿੰਘ ਗੁਰੂ ਦਾ ਲਾਲ, ਆਇਆ ਨਗ ਅਗੰਮਪੁਰ ਦੇਖ ਜਗਤ ਦੀ ਚਾਲ। ਚੌਪਈ। ਦੇਖ ਨਗਰ ਦਾ ਰੂਪ ਸੁਹਾਵਾ, ਮਨ ਵਿੱਚ ਉਪਜਿਆ ਉਸਦੇ ਚਾਵਾ। ਕੁਛ ਦਿਨ ਇੱਥੇ ਰਹਿਣਾ ਚਾਹੀਏ, ਕਿਸੇ ਟਿਕਾਣੇ ਆ ਕੇ ਬਈਏ। ਤਦ ਉਸ ਪੁੱਛਿਆ ਦੱਸੋ ਭਾਈ, ਰਹਿਣੇ ਜੋਗੀ ਜਾਗਾ ਕਾਈ। ਹੈ ਕੋਈ ਘਰ ਸਿੰਘਾਂ ਕੇਰਾ, ਜਿੱਥੇ ਜਾ ਕੇ ਕਰਾਂ ਬਸੇਰਾ। ਮੈਂ ਹਾਂ ਪੁਰਖ ਇੱਕ ਪਰਦੇਸੀ, ਜਿਸ ਦੀ ਖਬਰ ਨਾ ਕੋਈ ਲੇਸੀ। ਪਰ ਕੁਛ ਦਿਨ ਮੈਂ ਇੱਥੇ ਰਹਿਸਾਂ, ਕਥਾ ਵਾਰਤਾ ਸੁਣਸਾਂ ਕਹਿਸਾਂ। ਜਿਸ ਤੇ ਦੱਸੋ ਕਿਤੇ ਟਿਕਾਣਾ, ਕੌਣ ਸਿੱਖ ਹੈ ਇੱਥੇ ਸਿਆਣਾ। ਸੁਣ ਕੇ ਲੋਕਾਂ ਇਹ ਸੁਣਾਈ, ਇੱਥੇ ਜਾਗਾ ਹੋਰ ਨਾ ਕਾਈ। ਹੈ ਗੁਰ ਬਲਬ ਸਿੰਘ ਸੁਜਾਨ, ਨਗਰ ਵਿੱਚ ਵੱਡਾ ਪ੍ਰਧਾਨ। ਰੱਖੇ ਰਹਿਤ ਗੁਰੂ ਦੀ ਪੂਰੀ, ਮਨ ਵਿੱਚ ਕਰਦਾ ਨਾ ਮਗਰੂਰੀ। ਆਇਆ ਗਿਆ ਸਿੰਘ ਘਰੇ ਉਸਦੇ, ਸਾਥੀ ਸਮਝ ਆਪ ਹੀ ਘਰ ਸੱਦੇ। ਅਰ ਉਹ ਵੀ ਪ੍ਰਸਾਦਾ ਦਾਲ, ਦਿੰਦਾ ਬਹੁਤ ਖੁਸ਼ੀ ਦੇ ਨਾਲ।
ਅਰ ਕਰਦਾ ਹੈ ਖਾਤਰ ਚੰਗੀ, ਵਸਤੂ ਦੇਂਦਾ ਹੈ ਮੁਖ ਮੰਗੀ। ਅਰ ਹੈ ਹਸਮੁਖ ਵੱਡਾ ਗ੍ਰੰਥੀ, ਕਹੇ ਆਪ ਨੂੰ ਗੁਰੂ ਦਾ ਪੰਥੀ। ਉਸ ਨੂੰ ਸਾਰੇ ਲੋਕ ਸਰਾਹਨ, ਨਿੰਦਕ ਉਸ ਤੇ ਆਪ ਤਰਾਹਨ। ਇਹ ਹੈ ਉਸ ਦਾ ਉੱਚਾ ਧਾਮ, ਜਾਣੇ ਜਿਸ ਨੂੰ ਸਭੀ ਗ੍ਰਾਮ। ਤੁਸੀਂ ਉਸ ਦੇ ਜਾ ਕੇ ਪਾਸ, ਕਰੋ ਆਪਣਾ ਚੰਗਾ ਵਾਸ। ਗਦ ਗਦ ਸੁਣ ਕੇ ਹੋਇਆ ਸਿੱਖ, ਸ਼ਾਂਤ ਕਰੂ ਮਨ ਉਸ ਨੂੰ ਪਿਖ। ਦੋਹਰਾ ਚੜਿਆ ਚਾਉ, ਆਨੰਦ ਮਨ ਤੁਰਿਆ ਅੱਗਾ ਝਟ। ਸੁਨ ਵਡਿਆਈ ਸਿੰਘ ਦੀ, ਹੋਈ ਖੁਸ਼ੀ ਨੂੰ ਘਾਟ, ਹੋਈ ਖੁਸ਼ੀ ਨਾ ਘਾਟ। ਬੂਹੇ ਉੱਪਰ ਜਾਏ ਕੇ ਫਤਿਹ ਗਜਾਈ ਖੂਬ, ਅੱਜ ਮਿਲੇ ਹਨ ਆਏ ਕੇ ਮਹਿਬੂਬਾਂ ਮਹਿਬੂਬ। ਚੌਪਈ। ਨਿਆ ਸਿੰਘ ਦਾ ਬੋਲ ਕਰਾਰਾ, ਮਾਰੇ ਅੰਦਰੋਂ ਹੀ ਜੈਕਾਰਾ। ਛੇਤੀ ਬਾਹਰ ਆਏ ਖਲੋਤਾ, ਮੋਤੀ ਹੀਰੇ ਨਾਲ ਪਰੋਤਾ। ਪਹਿਲੇ ਗੁਰ ਦੀ ਫਤਿਹ ਬੁਲਾਏ, ਨਾਲ ਹੱਥ ਦੇ ਹੱਥ ਮਿਲਾਏ। ਮਗਰੋਂ ਚਾ ਗਲਵਕੜੀ ਪਾਈ, ਜਿਉਂ ਭਾਈ ਨੂੰ ਮਿਲਦਾ ਭਾਈ। ਅੰਦਰ ਘਰ ਦੇ ਜਾਏ ਬਿਠਾਇਆ, ਹੱਥ ਪੈਰ ਮੁਖ ਫੇਰ ਧੁਆਇਆ। ਚੰਗਾ ਖੇਸ ਵਿਛਾ ਕੇ ਪਾਸ, ਪਾਸ ਬਿਠਾਏ ਕਰੇ ਅਰਦਾਸ। ਰੁੱਖਾ ਸੁੱਖਾ ਭੋਜਨ ਖਾਓ, ਮੇਰੇ ਮਨ ਦੀ ਆਸ ਪੁਜਾਓ। ਜਿਸ ਪਰ ਕਿਹਾ ਸਲਾਨੀ ਐਸਾ, ਭੋਜਨ ਤੋਂ ਮੁਖ ਮੋੜਨ ਕੈਸਾ। ਇਹ ਅੰਨ ਹੈ ਤਨ ਦੀ ਓਟ, ਖਾਧੇ ਬਿਨਾ ਜਾਮ ਦਾ ਲੋਟ। ਇਸ ਖਾਧੇ ਤੇ ਆਵੇ ਹੋਸ਼, ਹੈ ਇਹ ਦੇ ਅੰਨ ਮੈਂ ਕੋਸ਼। ਗੁਰੂ ਗ੍ਰੰਥ ਭਾਖੇ ਆਲਾਦ, ਜਪੀਏ ਨਾਮ ਅੰਨ ਦੇ ਸਾਧ। ਅੰਨ ਛੱਡ ਜੋ ਕਰੈ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਫਿਰ ਉਸ ਅੰਨ ਤਿਆਗਨ ਭਾਈ, ਹੈ ਮੂਰਖਤਾ ਨਾ ਚਤਰਾਈ। ਐਸਾ ਕਹਿ ਹਸ ਕਰਤ ਨਾ ਫੇਰ, ਪਾਇਆ ਭੋਜਨ ਕਰੀ ਨਾ ਦੇਰ। ਦੋਨਾਂ ਬਹਿ ਕੇ ਨਾਲ ਆਨੰਦ, ਖਾਧਾ ਜਿਤਨਾ ਸਹੀ ਪਸੰਦ। ਫਿਰ ਉਹ ਬਹਿ ਕੇ ਆਪਸ ਮਾਏ, ਮਨ ਪਰਚਾਵਨ ਲੱਗਾ ਤਾਏ। ਜੈਸੀ ਸਿੰਘਾਂ ਦੀ ਸੀ ਰੀਤੀ, ਉਹ ਬਾਤ ਚੀਤ ਤਿਨ ਕੀਤੀ। ਗੁਰ ਬੱਲਭ ਸਿੰਘ। ਦੋਹਰਾ ਆਦਰ ਨਾਲ ਬਿਠਾਏ, ਪੁੱਛਣ ਲੱਗਾ ਬਾਤ। ਕਿੱਥੋਂ ਆਇਆ ਖਾਲਸਾ, ਕਿਹੜੀ ਵੱਲੇ ਜਾਤ। ਚੌਪਈ। ਕਰ ਸਿੰਘ ਜੀ ਕਿੱਥੋਂ ਆਏ, ਅਰ ਹੋ ਕਿਹੜੀ ਵੱਲ ਸੁਧਾਏ। ਕਿਹੜੀ ਕਰਦੇ ਹੁੰਦੇ ਕਾਰ, ਜਿਸ ਤੇ ਚੱਲਦਾ ਹੈ ਰੁਜ਼ਗਾਰ। ਕਰੀ ਵੱਡੀ ਕਿਰਪਾ ਹੈ ਅੱਜ, ਆਏ ਸਾਡੇ ਰਹਿਣ ਪੱਜ। ਆਪਣੀ ਬ੍ਰਿਥਾ ਤੁਰਤ ਸੁਣਾਓ, ਮਗਰੋਂ ਜੋ ਇੱਛਾ ਫਰਮਾਓ। ਸੈਲਾਨੀ ਸਿੰਘ। ਦੋਹਰਾ ਕਹੀ ਸੈਲਾਨੀ ਸਿੰਘ ਨੇ, ਸੁਣੋ ਮੀਤ ਮਨ ਲਾਏ। ਆਵਣ ਜਾਣਾ ਗੁਰੂ ਨੇ ਦਿੱਤਾ ਅਸਾਂ ਚੁਕਾਏ। ਚੌਪਈ। ਪ੍ਰਾਰਬਧ ਵਾਸ ਹੋ ਕੇ ਆਏ, ਮਨ ਤੇ ਸਾਰੇ ਭਰਮ ਨਿਵਾਏ। ਭਰਮ ਨਾ ਕਰਦਾ ਹਾਂ ਸੰਸਾਰ, ਰਹੀ ਨਾ ਬਾਕੀ ਕਰਨੀ ਕਾਰ। ਇਹ ਬਾਗ ਤੇ ਜਗਤ ਸੁਹਾਵਾ, ਮਹੋ ਅਚੰਭਾ ਜੋ ਪਰਚਾਵਾਂ। ਇਸ ਵਿੱਚ ਭੌਰ ਸਮਾਨ ਸਦਾਈ, ਕਰਦਾ ਸੈਲ ਫਿਰਾਂ ਮੈਂ ਭਾਈ। ਮੈਂ ਲੰਪਟ ਮੈਂ ਕਿਸ ਹੀ ਨਾਲ, ਚੱਲਾਂ ਨਿਰਾਲੀ ਆਪਣੀ ਚਾਲ। ਕਰੇ ਸੈਲ ਮੈਂ ਬਹੁ ਮਨ ਭਾਏ, ਕਈ ਤਰ੍ਹਾਂ ਦੇ ਨਰ ਦਰਸਾਏ। ਅਰੇ ਆਪਣੀ ਬੁੱਧ ਅਨੁਸਾਰ, ਕੀਤਾ ਮੈਂ ਅਟਕਰ ਉਪਕਾਰ। ਵੇਲਾ ਰਿਹਾ ਨਹੀਂ ਮੈਂ ਐਸਾ, ਖਾਕਰ ਪਸ਼ੂ ਸੋਮਦਾ ਜੈਸਾ। ਦੇਖੇ ਜਗ ਦੇ ਬਹੁਤ ਕੁਚਾਲੇ, ਜਿਨੀ ਕੁਰੀਤਨ ਪੈ ਘਰ ਗਾਲੇ। ਤਿੰਨ ਪਰ ਦੇਖ ਕੌਮ ਮਨ ਆਇਆ, ਫਿਰ ਕਰਨਾ ਰਸ ਨੈਣ ਨਛਾਇਆ। ਜਿਸ ਤੇ ਕਰ ਉਪਦੇਸ਼ ਘਨੇਰੇ, ਦਿੱਤੇ ਬੰਧਨ ਛੋੜ ਬਥੇਰੇ। ਦਸਮ ਗੁਰੂ ਜੀ ਦੇ ਉਪਕਾਰ, ਜੋ ਬੈਠੇ ਸੇ ਲੋਗ ਵਿਸਾਰ। ਹੋਏ ਕ੍ਰਿਤ ਘਨ ਮਰਨ, ਜੋ ਪਾਪੀ ਅੰਨ ਮਤਾਂ ਦੀ ਲੈ ਕੇ ਥਾਪੀ। ਮੈਂ ਤਿੰਨ ਕੋ ਧਿਕਾਰ ਕਟਾ ਕੇ, ਉਸ ਪਖੰਡੋਂ ਫਿਰ ਛੁਡਵਾ ਕੇ। ਗੁਰ ਦੀ ਸ਼ਰਨ ਤਿਨੈ ਨੂੰ ਪਾਇਆ, ਗੁਰੂ ਗ੍ਰੰਥ ਦਾ ਮਤ ਸਮਝਾਇਆ। ਸੋ ਇਸ ਪਹਿਲੇ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।